Attention Outlook. गौड़ी जोगी कहै जोग भल मीठा अवर न दूजा भाई रुंडत मुंडत एकै शब्दी ਇਹ ਕਹੈ ਸਿੱਧ ਪਾਈ। ਜੋਗੀ ਲੋਕ ਆਖਦੇ ਹਨ ਕਿ ਜੋਗ ਦਾ ਰਸਤਾ ਹੀ ਚੰਗਾ ਅਤੇ ਮਿੱਠਾ ਹੈ, ਇਹਦੇ ਤੋਂ ਉੱਤਮ ਦੂਜਾ ਕੋਈ ਰਸਤਾ ਨਹੀਂ। ਜੋ ਰੋਡੇ ਮੋਢੇ ਸਿਰਾਂ ਵਾਲੇ ਸਰੇਵੜੇ ਤੇ ਸੰਨਿਆਸੀ ਲੋਕ ਹਨ, ਏਕਾ ਸ਼ਬਦੀ ਭਾਵ ਜੋ ਅਲੱਖ ਅਲੱਖ ਆਖਣ ਵਾਲੇ ਹਨ, ਗੁਸਾਈ ਲੋਕ ਹਨ, ਉਹ ਕਹਿੰਦੇ ਹਨ ਕਿ ਸਿੱਧੀ ਅਸੀਂ ਹੀ ਪਾਈ ਹੈ। ਪਰ ਕਬੀਰ ਜੀ ਕਹਿੰਦੇ ਨੇ ਕਿ ਹਰ ਬਿਨ ਭਰਮ ਭੁਲਾਨੇ ਅੰਧਾ, ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਇਹ ਸਾਰੇ ਹੀ ਅੰਨੇ ਹੋਏ ਹੋਏ ਹਨ। ਜਾ ਪਹਿਚਾਓ ਆਪ ਛੁਟਕਾਵਨ ਤੇ ਬਾਂਦੇ ਬਹੁ ਫੰਦਾ ਰਹਾਓ। ਕਹਿੰਦੇ ਮੈਂ ਜਿਸ ਕੋਲ ਵੀ ਜਾਂਦਾ ਹਾਂ ਆਪਣੀ ਹਉਮੈ ਦੂਰ ਕਰਨ ਦੇ ਲਈ ਜਾਂ ਕਰਵਾਉਣ ਦੇ ਲਈ, ਉਹ ਆਪ ਹੀ ਹਉਮੈ ਦੀਆਂ ਬਹੁਤ ਪ੍ਰਕਾਰ ਦੀਆਂ ਫਾਈਆਂ ਦੇ ਵਿੱਚ ਫਸੇ ਹੋਏ ਹਨ, ਬੱਝੇ ਹੋਏ ਹਨ। ਜਹਾਂ ਤੇ ਉਪਜੀ ਤਹੀਂ ਸਮਾਨੀ, ਇਹ ਬਿਦ ਬਿਸਰੀ ਤਬ ਹੀ ਪੰਡਿਤ ਗੁਣੀ ਸੂਰ ਹਮ ਦਾਤੇ, ਇਹ ਕਹੈ ਵੱਡ ਹਮ ਹੀ। ਜਿਸ ਤੋਂ ਜਾਣੀ ਕਿ ਪ੍ਰਮਾਤਮਾ ਨਾਲੋਂ ਵਿਛੋੜੇ ਤੋਂ ਹਉਮੈ ਉਪਜਦੀ ਹੈ। ਕਬੀਰ ਜੀ ਕਹਿੰਦੇ ਜਹਾਂ ਤੇ ਉਪਜੀ, ਜਿੱਥੋਂ ਹਉਮੈ ਉਪਜਦੀ ਹੈ, ਤਹੀਂ ਸਮਾਨੀ, ਸਾਰੀ ਲੁਕਾਈ ਉਹਦੇ ਵਿੱਚ ਹੀ ਸਮਾਈ ਹੋਈ ਹੈ। ਪਰਮਾਤਮਾ ਨਾਲੋਂ ਵਿਛੋੜੇ ਤੋਂ ਹਉਮੈ ਉਪਜਦੀ ਹੈ ਤੇ ਪਰਮਾਤਮਾ ਦੇ ਵਿਛੋੜੇ ਦੇ ਵਿੱਚ ਹੀ ਸਾਰੀ ਲੁਕਾਈ ਸਮਾਈ ਹੋਈ ਹੈ, ਭਾਵ ਸਾਰੇ ਲੋਕ ਹੀ ਪਰਮਾਤਮਾ ਨਾਲੋਂ ਵਿਛੜੇ ਹੋਏ ਨੇ। ਇਹ ਵਿਦ ਬਿਸਰੀ ਤਬ ਹੀ, ਇਹੀ ਕਾਰਨ ਹੈ ਕਿ ਲੋਕ ਭਟਕੇ ਹੋਏ ਨੇ, ਭਟਕਣਾ ਦੇ ਵਿੱਚ ਪੈ ਕੇ ਇੰਜ ਦੀਆਂ ਗੱਲਾਂ ਕਰਦੇ ਨੇ। ਪੰਡਿਤ ਗੁਣੀ ਸੂਰਮੇ ਤੇ ਦਾਤੇ ਲੋਕ ਇਹ ਕਹਿੰਦੇ ਨੇ ਕਿ ਵੱਡੇ ਅਸੀਂ ਹੀ ਹਾਂ। ਪੰਡਿਤ ਕਹਿੰਦਾ ਮੈਂ ਵੱਡਾ, ਜੋਗੀ ਕਹਿੰਦਾ ਮੈਂ ਵੱਡਾ, ਸੂਰਮਾ ਕਹਿੰਦਾ ਮੈਂ ਵੱਡਾ, ਇਸ ਪ੍ਰਕਾਰ ਕਿ ਆਪਣੇ ਆਪ ਨੂੰ ਹੀ ਵੱਡੇ ਸਮਝਦੇ ਨੇ। ਜਿਸੈ ਬੁਝਾਏ ਸੋਈ ਬੁਝੈ, ਬਿਨ ਬੂਝੇ ਕਿਉਂ ਰਹੀਐ। ਸਤਿਗੁਰ ਮਿਲੈ ਅੰਧੇਰਾ ਚੁੱਕੈ, ਇਨ ਬਿਦ ਮਾਨਕ ਲਹੀਐ। ਪਰ ਇਹਨਾਂ ਸਭਨਾਂ ਦਾ ਕੋਈ ਕਸੂਰ ਨਹੀਂ। ਜਿਸ ਨੂੰ ਪ੍ਰਮਾਤਮਾ ਇਹ ਸੋਝੀ ਬਖਸ਼ਦਾ ਹੈ, ਇਹ ਅਸਲ ਗੱਲ ਸਮਝਾਉਂਦਾ ਹੈ, ਉਸੇ ਨੂੰ ਹੀ ਸਮਝ ਦੇ ਵਿੱਚ ਆਉਂਦੀ ਹੈ। ਤੇ ਬਿਨਾਂ ਸਮਝਣ ਤੋਂ, ਬਿਨਾਂ ਇਸ ਜਾਂਚ ਤੋਂ ਜੋ ਜੀਵਨ ਹੈ ਉਹ ਵਿਅਰਥ ਹੈ। ਸਤਿਗੁਰੂ ਜਦ ਮਿਲ ਜਾਏ ਤੇ ਮਨ ਦੇ ਵਿੱਚੋਂ ਹਉਮੈ ਦਾ, ਹੰਕਾਰ ਦਾ ਹਨੇਰਾ ਦੂਰ ਹੋ ਜਾਂਦਾ ਹੈ ਤੇ ਆਪਣੇ ਅੰਦਰੋਂ ਹੀ ਨਾਮ ਰੂਪੀ ਲਾਲ ਮਨੁੱਖ ਨੂੰ ਲੱਭ ਪੈਂਦਾ ਹੈ। ਤਜ ਬਾਵੇ ਦਾਹਣੇ ਵਿਕਾਰਾਂ, ਹਰ ਪਦ ਦ੍ਰਿੜ ਕਰ ਰਹੀ ਹੈ। ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਸੋ ਹੇ ਕਬੀਰ, ਆਖ ਕੇ ਲਾਂਭ ਦੇ ਵਿਕਾਰਾਂ ਦੇ ਫੁਰਨੇ ਛੱਡ ਕੇ, ਸਭ ਪ੍ਰਕਾਰ ਦੇ ਵਿਕਾਰਾਂ ਨੂੰ ਛੱਡ ਕੇ ਪ੍ਰਭੂ ਦੀ ਯਾਦ ਦਾ ਸਾਹਮਣੇ ਵਾਲਾ ਨਿਸ਼ਾਨਾ ਪੱਕਾ ਕਰਕੇ ਰੱਖਣਾ ਚਾਹੀਦਾ ਹੈ। ਤੇ ਫਿਰ ਅਸੀਂ ਅਜਿਹੀ ਅਵਸਥਾ ਹਾਸਲ ਕਰ ਲਵਾਂਗੇ ਜਿਹੜੀ ਬਿਆਨ ਨਹੀਂ ਕੀਤੀ ਜਾ ਸਕਦੀ। ਜਿਸ ਪ੍ਰਕਾਰ ਜੇ ਗੂੰਗੇ ਨੇ ਗੁੜ ਖਾਧਾ ਵੀ ਹੋਵੇ ਤਾਂ ਪੁੱਛਣ ਤੇ ਉਸ ਦਾ ਸਵਾਦ ਦੱਸ ਨਹੀਂ ਸਕਦਾ। ਰਾਗ ਗੌੜੀ ਪੂਰਬੀ ਕਬੀਰ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜਹਾਂ ਕੁਛ ਆਹਾਂ ਤਹਾਂ ਕਿਛ ਨਾਹੀ, ਪੰਚ ਤਤ ਤਹਾਂ ਨਾਹੀ। ਜਹਾਂ ਭਾਵ ਜਿਸ ਮਨ ਦੇ ਵਿੱਚ, ਕਛ ਆਹਾਂ ਭਾਵ ਕੁਝ ਸੀ, ਕੁਝ ਤੋਂ ਇੱਥੇ ਭਾਵ ਹੈ ਮੋਹ। ਕਹਿੰਦੇ ਜਿਸ ਮੇਰੇ ਮਨ ਦੇ ਵਿੱਚ ਮੋਹ ਸੀ, ਤਹਾਂ ਕਿਛ ਨਾਹੀ, ਪ੍ਰਮਾਤਮਾ ਦੇ ਨਾਲ ਮੇਰੀ ਐਸੀ ਲਿਵ ਲੱਗੀ ਜਿਸ ਤੋਂ ਬਾਅਦ ਉੱਥੇ ਹੁਣ ਕੁਝ ਵੀ ਨਹੀਂ, ਮੋਹ ਨਹੀਂ। ਪੰਜ ਤੱਤ ਤਹਾਂ ਨਾਹੀ, ਪੰਜ ਤੱਤਾਂ ਤੋਂ ਬਣੇ ਹੋਏ ਇਸ ਸਰੀਰ ਦਾ ਮੋਹ ਵੀ ਨਹੀਂ ਰਿਹਾ। ਇੜਾ ਪਿੰਗੁਲਾ ਸੁਖਮਨ ਬੰਦੇ, ਇਹ ਅਵਗਨ ਕਤ ਜਾਹੀ। ਕਹਿੰਦੇ ਜਦੋਂ ਪੰਜ ਤੱਤਾਂ ਦੇ ਇਸ ਸਰੀਰ ਦਾ ਮੋਹ ਹੀ ਨਹੀਂ ਰਿਹਾ ਪਰਮਾਤਮਾ ਨਾਲ ਲਿਵ ਜੋੜਨ ਤੋਂ ਬਾਅਦ, ਤਾਂ ਇਹ ਜੋ ਇੜਾ ਪਿੰਗੁਲਾ ਦੇ ਵਿਚਕਾਰ ਸੁਖਮਣਾ ਨਾੜੀ ਦੇ ਵਿੱਚ ਧਿਆਨ ਕੇਂਦਰਿਤ ਕਰਨ ਦਾ ਵਿਚਾਰ ਹੈ, ਇਸ ਪ੍ਰਕਾਰ ਦੇ ਜੋ ਕੋਝੇ ਕੰਮ ਹਨ, ਇਹਨਾਂ ਦਾ ਤਾਂ ਪਤਾ ਹੀ ਨਹੀਂ ਲੱਗਿਆ ਕਿ ਕਿੱਧਰ ਨੂੰ ਚਲੇ ਗਏ। ਤਾਗਾ ਟੂਟਾ ਗਗਨ ਬਿਨਸ ਗਿਆ, ਤੇਰਾ ਬੋਲਤ ਕਹਾਂ ਸਮਾਈ। ਕਹਿੰਦੇ ਮੇਰਾ ਮੋਹ ਦਾ ਧਾਗਾ ਟੁੱਟ ਗਿਆ, ਮੋਹ ਦਾ ਪਸਾਰਾ ਮੇਰੇ ਅੰਦਰੋਂ ਖਤਮ ਹੋ ਗਿਆ। ਤੇਰਾ ਬੋਲਤ ਤੋਂ ਭਾਵ ਤੇਰਾ ਮੇਰਾ ਬੋਲਣ ਵਾਲਾ ਸੁਭਾਅ, ਵਿਤਕਰੇ ਵਾਲਾ ਸੁਭਾਅ, ਮੇਰ ਤੇਰ ਵਾਲਾ ਸੁਭਾਅ ਕਿੱਥੇ ਚਲਾ ਗਿਆ ਮੈਨੂੰ ਪਤਾ ਨਹੀਂ ਚੱਲਿਆ, ਜਦੋਂ ਦਾ ਮੈਂ ਪ੍ਰਮਾਤਮਾ ਦੇ ਵਿੱਚ ਸਮਾ ਗਿਆ, ਲੀਨ ਹੋ ਗਿਆ। ਇਹ ਸੰਸਾ ਮੋਕੋ ਅਨਦਿਨ ਵਿਆਪੈ, ਮੋਕੋ ਕੋ ਨਾ ਕਹੈ ਸਮਝਾਈ ਰਹਾਓ।
ਪਰ ਕਹਿੰਦੇ ਇਹ ਸੰਸਾ, ਇਹ ਚਿੰਤਾ ਮੈਨੂੰ ਹਰ ਰੋਜ਼ ਵਿਆਪਦੀ ਹੈ ਕਿ ਅਜਿਹਾ ਹੋਇਆ ਕਿਵੇਂ। ਜਿਸ ਮੇਰੇ ਮਨ ਦੇ ਵਿੱਚ ਮੋਹ ਸੀ, ਉਹ ਮੋਹ ਟੁੱਟ ਕਿਵੇਂ ਗਿਆ, ਪਤਾ ਹੀ ਨਹੀਂ ਚੱਲਿਆ। ਕੋਈ ਮੈਨੂੰ ਇਹ ਸਮਝਾਉਣਾ ਵੀ ਚਾਹੇ ਸਮਝਾ ਨਹੀਂ ਸਕਦਾ। ਮੈਂ ਜਿਸ ਅਵਸਥਾ 'ਤੇ ਹਾਂ ਉਹ ਕਿਸੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ ਤਾਂ ਵੀ ਸਮਝਾ ਨਹੀਂ ਸਕਦਾ। ਤਾਂ ਇਹ ਪਤਾ ਨਹੀਂ ਚੱਲਿਆ ਕਿ ਕਿਵੇਂ ਹੋ ਗਿਆ। ਸੋ ਦੋ ਗੱਲਾਂ ਨੇ, ਇੱਕ ਤੇ ਇਹ ਕਿ ਮੋਹ ਖਤਮ ਹੋਇਆ, ਤੇ ਦੂਜੀ ਜੋ ਵੱਡੀ ਗੱਲ ਇੱਥੋਂ ਸਿੱਖਣ ਵਾਲੀ ਹੈ ਉਹ ਇਹ ਹੈ ਕਿ ਪਤਾ ਹੀ ਨਹੀਂ ਲੱਗਿਆ ਕਿਵੇਂ ਹੋ ਗਿਆ। ਸੋ ਅਸੀਂ ਜਦ ਤੋਂ ਗੁਰਬਾਣੀ ਦੇ ਨਾਲ ਜੁੜੇ ਹਾਂ, ਜੇਕਰ ਤੁਹਾਨੂੰ ਲੱਗਦਾ ਹੈ ਕਿ ਹਾਲੇ ਮੋਹ ਟੁੱਟਿਆ ਨਹੀਂ ਪਰ ਥੋੜ੍ਹਾ ਬਹੁਤਾ ਫਰਕ ਪੈ ਗਿਆ, ਹੌਲੀ ਹੌਲੀ ਉਹਨੇ ਸਾਰੇ ਨੇ ਵੀ ਖਤਮ ਹੋ ਜਾਣਾ। ਫਿਰ ਤੁਸੀਂ ਵੀ ਬੈਠ ਕੇ ਹੀ ਸੋਚੋਗੇ ਕਿ ਅਜਿਹਾ ਕਿਵੇਂ ਹੋ ਗਿਆ। ਮੈਂ ਤੇ ਬੜਾ ਛੋਟੀ ਛੋਟੀ ਗੱਲ, ਛੋਟੀ ਛੋਟੀ ਚੀਜ਼ ਦੇ ਮੋਹ ਵਿੱਚ ਪੈਂਦਾ ਸਾਂ ਤੇ ਹੁਣ ਤੇ ਮੈਨੂੰ ਫਰਕ ਹੀ ਨਹੀਂ ਪੈਂਦਾ। ਜੀਵਨ ਦੇ ਵਿੱਚ ਵੱਡੇ ਵੱਡੇ ਵਰਤਾਰੇ ਵੀ ਹੋਈ ਜਾ ਰਹੇ ਨੇ, ਕੋਈ ਫਰਕ ਹੀ ਨਹੀਂ ਪੈਂਦਾ। ਨਾ ਕੋਈ ਚੰਗਾ ਵਰਤਾਰਾ, ਨਾ ਮੰਦਾ ਵਰਤਾਰਾ ਮੈਨੂੰ ਸਹਿਜ ਚੋਂ ਹਿਲਾ ਹੀ ਨਹੀਂ ਪਾ ਰਿਹਾ। ਇਹ ਅਵਸਥਾ ਤੁਸੀਂ ਹਾਸਲ ਕਰੋਗੇ, ਅਸੀਂ ਸਾਰੇ ਹਾਸਲ ਕਰਾਂਗੇ। ਸਾਨੂੰ ਪਤਾ ਵੀ ਨਹੀਂ ਲੱਗਣਾ ਕਦ ਹਾਸਲ ਕਰ ਗਏ। ਤੁਹਾਡੇ ਵਿੱਚੋਂ ਹੀ ਬੜੇ ਲੋਕਾਂ ਦੇ ਕਮੈਂਟ ਆਉਂਦੇ ਨੇ ਕਿ ਉਹਨਾਂ ਦੇ ਜੀਵਨ ਦੇ ਵਿੱਚ ਬੜੀ ਤਬਦੀਲੀ ਆਈ ਹੈ ਜਦ ਤੋਂ ਗੁਰਬਾਣੀ ਦੇ ਲੜ ਲੱਗੇ ਨੇ, ਜਦ ਤੋਂ ਗੁਰਬਾਣੀ ਨੂੰ ਸਮਝਣ ਲੱਗੇ ਨੇ, ਫਰਕ ਪੈਣੋਂ ਹਟ ਗਿਆ। ਤੇ ਅਸੀਂ ਵੀ ਪਿਛਲੇ ਕਈਆਂ ਸਾਲਾਂ ਤੋਂ ਇਹ ਅਨੁਭਵ ਕੀਤਾ ਹੈ, ਇਸ ਅਵਸਥਾ ਦਾ ਆਨੰਦ ਮਾਣਿਆ ਹੈ। ਜੇ ਜੀਵਨ ਦੇ ਦੋਨਾਂ ਪੜਾਵਾਂ ਨੂੰ ਕੰਪੇਅਰ ਕਰਕੇ, ਦੋਨਾਂ ਪੜਾਵਾਂ ਦੀ ਤੁਲਨਾ ਕਰਕੇ ਦੇਖੀ ਜਾਵੇ ਤੇ ਵਾਕਈ ਹੈਰਾਨੀ ਹੁੰਦੀ ਹੈ ਕਿ ਅਜਿਹਾ ਕਿਵੇਂ ਹੋ ਗਿਆ। ਅਸੀਂ ਤੇ ਬੜਾ ਛੋਟੀ ਛੋਟੀ ਗੱਲ ਦਾ ਮੋਹ ਕਰਦੇ ਸਾਂ, ਛੋਟੀ ਛੋਟੀ ਚੀਜ਼ ਦਾ ਮੋਹ ਕਰਦੇ ਸਾਂ, ਪਰ ਅਜਿਹਾ ਹੋ ਗਿਆ ਸਭ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਹੋਇਆ, ਸਾਨੂੰ ਪਤਾ ਵੀ ਨਹੀਂ ਚੱਲਿਆ। ਜਹਾਂ ਬਰਭੰਡ ਪਿੰਡ ਤਹ ਨਾਹੀ, ਰਚਨਹਾਰ ਤਹ ਨਾਹੀ। ਬਰਭੰਡ ਤੋਂ ਭਾਵ ਪੂਰੇ ਬ੍ਰਹਿਮੰਡ ਦੀਆਂ ਚੀਜ਼ਾਂ ਵਸਤਾਂ ਦਾ ਮੋਹ, ਦੁਨੀਆ ਦਾ ਮੋਹ। ਜਿਸ ਮਨ ਦੇ ਵਿੱਚ ਇਹ ਸਭ ਸੀ, ਇਹ ਮੋਹ ਸੀ, ਪਿੰਡ ਤਹ ਨਾਹੀ, ਉੱਥੇ ਹੁਣ ਸਰੀਰ ਦਾ ਮੋਹ ਵੀ ਨਹੀਂ ਰਿਹਾ। ਰਚਨਹਾਰ ਤਹ ਨਾਹੀ, ਉਹ ਮਨ ਹੀ ਨਹੀਂ ਰਿਹਾ। ਦੁਨੀਆ ਦੇ ਮੋਹ ਦੇ ਤਾਣੇ ਬਾਣੇ ਨੂੰ ਰਚਣ ਵਾਲਾ ਮਨ ਹੀ ਨਹੀਂ ਰਿਹਾ। ਜੋੜਨਹਾਰੋ ਸਦਾ ਅਤੀਤਾ, ਇਹ ਕਹੀਐ ਕਿਸ ਮਾਹੀ। ਹੁਣ ਤੇ ਜੋੜਨ ਵਾਲਾ ਪ੍ਰਮਾਤਮਾ ਮਨ ਦੇ ਵਿੱਚ ਵਸਦਾ ਹੈ, ਉਹ ਪ੍ਰਮਾਤਮਾ ਜੋ ਮਾਇਆ ਤੋਂ ਨਿਰਲੇਪ ਹੈ। ਪਰ ਇਹ ਅਵਸਥਾ ਕਹਿੰਦੇ ਕਿਹਦੇ ਕੋਲ ਦੱਸੀਏ, ਇਹ ਦੱਸਣ ਯੋਗ ਹੈ ਹੀ ਨਹੀਂ, ਇਹਨੂੰ ਬਿਆਨ ਕੀਤਾ ਹੀ ਨਹੀਂ ਜਾ ਸਕਦਾ। ਜੋੜੀ ਜੁੜੈ ਨਾ ਤੋੜੀ ਟੁੱਟੈ, ਜਬ ਲਗ ਹੋਏ ਵਿਨਾਸੀ। ਜਦੋਂ ਤੱਕ ਮਨੁੱਖ ਦੀ ਸੁਰਤ ਨਾਸਵੰਤ ਸਰੀਰ ਦੇ ਨਾਲ ਇੱਕ ਮਿੱਕ ਹੈ, ਇੱਕ ਰੂਪ ਹੈ, ਉਦੋਂ ਤੱਕ ਨਾ ਤੇ ਉਹਦੀ ਪ੍ਰੀਤ ਪ੍ਰਮਾਤਮਾ ਦੇ ਨਾਲ ਜੋੜਿਆਂ ਜੁੜੇ, ਨਾ ਮਾਇਆ ਵੱਲੋਂ ਤੋੜਿਆਂ ਟੁੱਟੇ। ਭਾਵ ਕਿ ਸਾਡੇ ਯਤਨ ਕਰਨ ਦੇ ਨਾਲ ਨਾ ਸਾਡੀ ਸੁਰਤ ਪ੍ਰਮਾਤਮਾ ਦੇ ਨਾਲ ਜੁੜਨੀ ਹੈ ਤੇ ਨਾ ਹੀ ਮਾਇਆ ਵੱਲੋਂ ਟੁੱਟਣੀ ਹੈ। ਕਾ ਕੋ ਠਾਕੁਰ ਕਾ ਕੋ ਸੇਵਕ, ਕੋ ਕਾਹੂ ਕੈ ਜਾਸੀ। ਜਦੋਂ ਸਾਡੀ ਸੁਰਤ ਪ੍ਰਮਾਤਮਾ ਦੇ ਵਿੱਚ ਲੱਗੀ ਹੋਈ ਨਹੀਂ ਹੈ, ਨਾਸਵੰਤ ਸਰੀਰ ਦੇ ਵਿੱਚ ਹੀ ਲੱਗੀ ਹੋਈ ਹੈ, ਤਾਂ ਅਸੀਂ ਨਾ ਤੇ ਪ੍ਰਮਾਤਮਾ ਦੇ ਸੇਵਕ ਹਾਂ, ਨਾ ਹੀ ਪ੍ਰਮਾਤਮਾ ਸਾਡਾ ਮਾਲਕ ਹੈ। ਦੋਨਾਂ ਦੇ ਵਿੱਚ ਰਿਸ਼ਤਾ ਹੀ ਨਹੀਂ ਹੈ, ਤਾਂ ਕੌਣ ਕਿਹਦੇ ਕੋਲ ਜਾਵੇ। ਭਾਵਨਾ ਪ੍ਰਮਾਤਮਾ ਸਾਡੇ ਕੋਲ ਆਵੇ ਤੇ ਨਾ ਹੀ ਅਸੀਂ ਪ੍ਰਮਾਤਮਾ ਵੱਲ ਨੂੰ ਜਾਈਏ। ਕਹੋ ਕਬੀਰ ਲਿਬ ਲਾਗ ਰਹੀ ਹੈ, ਜਹਾਂ ਬਸੇ ਦਿਨ ਰਾਤੀ। ਉਆ ਕਾ ਮਰਮ ਉਹੀ ਪਰ ਜਾਣੈ, ਉਹ ਤਉ ਸਦਾ ਅਬਨਾਸ਼ੀ। ਹੇ ਕਬੀਰ, ਇਹ ਆਖ ਕਿ ਮੇਰੀ ਸੁਰਤ ਪ੍ਰਭੂ ਚਰਨਾਂ ਵਿੱਚ ਲੱਗੀ ਰਹਿੰਦੀ ਹੈ, ਦਿਨ ਰਾਤ ਉੱਥੇ ਹੀ ਟਿਕੀ ਰਹਿੰਦੀ ਹੈ, ਤੇ ਇਹ ਮੇਰੇ ਯਤਨਾਂ ਕਰਕੇ ਨਹੀਂ ਹੋਇਆ, ਉਸ ਪ੍ਰਮਾਤਮਾ ਦੀ ਕਿਰਪਾ ਕਰਕੇ ਹੀ ਹੋਇਆ ਹੈ। ਤੇ ਜੇ ਅਜਿਹਾ ਹੋ ਵੀ ਗਿਆ ਤਾਂ ਵੀ ਮੈਂ ਪ੍ਰਮਾਤਮਾ ਦਾ ਭੇਤ ਨਹੀਂ ਪਾ ਸਕਦਾ। ਉਆ ਕਾ ਮਰਮ ਉਹੀ ਪਰ ਜਾਣੈ, ਪਰ ਕਹਿੰਦੇ ਫਿਰ ਵੀ ਉਸ ਪ੍ਰਮਾਤਮਾ ਦਾ ਭੇਤ ਉਹ ਪ੍ਰਮਾਤਮਾ ਹੀ ਜਾਣਦਾ ਹੈ। ਉਹ ਤਉ ਸਦਾ ਅਬਨਾਸ਼ੀ, ਤੇ ਉਹ ਹੈ ਵੀ ਸਦਾ ਕਾਇਮ ਰਹਿਣ ਵਾਲਾ। ਅਗਲੇ ਸ਼ਬਦ ਦੇ ਵਿੱਚ ਕਬੀਰ ਜੀ ਨੇ ਜੋਗੀ ਲੋਕਾਂ ਦੇ ਵੱਲੋਂ ਧਾਰਨ ਕੀਤੇ ਜਾਣ ਵਾਲੇ ਕਈ ਸਾਰੇ ਸਰੀਰਕ ਚਿੰਨ੍ਹ ਅਤੇ ਉਹਨਾਂ ਦੇ ਵੱਲੋਂ ਕੀਤੇ ਜਾਣ ਵਾਲੇ ਕਈ ਸਾਰੇ ਰਸਮੋ ਰਿਵਾਜ ਨੂੰ ਲੈ ਕੇ ਉਹਦੇ ਬਰਾਬਰ ਦੀ ਆਪਣੀ ਵਿਧੀ ਦੱਸੀ ਹੈ ਕਿ ਅਸੀਂ ਕੀ ਕਰਦੇ ਹਾਂ, ਮੇਰੇ ਲਈ ਉਹ ਚੀਜ਼ ਕਿਹੜੀ ਹੈ। ਗੌੜੀ ਸੁਰਤ ਸਮ੍ਰਿਤ ਦੋਏ ਕੰਨੀ ਮੁੰਦਾ, ਪਰਮਿਤ ਬਾਹਰ ਖਿੰਥਾ। ਪ੍ਰਭੂ ਦੇ ਚਰਨਾਂ ਵਿੱਚ ਸੁਰਤ ਜੋੜਨੀ
ਤੇ ਪ੍ਰਭੂ ਦਾ ਨਾਮ ਸਿਮਰਨਾ ਕਹਿੰਦੇ ਇਹ ਮੰਨ ਲਓ ਕਿ ਮੇਰੇ ਦੋਹਾਂ ਕੰਨਾਂ ਦੇ ਵਿੱਚ ਮੁੰਦਰਾਂ ਪਾਈਆਂ ਹੋਈਆਂ ਹਨ। ਪਰਮਿਤ ਭਾਵ ਕਿ ਪ੍ਰਮਾਤਮਾ ਦਾ ਯਥਾਰਥ ਗਿਆਨ, ਪ੍ਰਮਾਤਮਾ ਕੀ ਹੈ, ਕੀ ਕਰਦਾ ਹੈ, ਉਹਦੀਆਂ ਤਾਕਤਾਂ ਕਿੱਡੀਆਂ ਕਿ ਇਹ ਗਿਆਨ, ਇਹ ਮੈਂ ਆਪਣੇ ਤੇ ਗੋਦੜੀ ਲਾਈ ਹੋਈ ਹੈ। ਸੁਨ ਗੁਫਾ ਮਹਿ ਆਸਨ ਬੈਸਨ ਕਲਪ ਵਿਵਰਜਿਤ ਪੰਥਾ। ਮੇਰਾ ਮਨ ਜੋ ਸਹਿਜ ਅਵਸਥਾ ਵਿੱਚ ਚਲਾ ਗਿਆ, ਸੁੰਨ ਅਵਸਥਾ ਦੇ ਵਿੱਚ ਚਲਾ ਗਿਆ, ਉੱਥੇ ਹੀ ਮੈਂ ਆਸਣ ਲਾਇਆ ਹੋਇਆ ਹੈ, ਉਹੀ ਮੇਰੀ ਗੁਫਾ ਹੈ। ਦੁਨੀਆ ਦੀਆਂ ਕਲਪਨਾ ਨੂੰ ਤਿਆਗ ਦੇਣਾ, ਇਹੀ ਮੇਰਾ ਜੋਗ ਪੰਥ ਹੈ। ਮੇਰੇ ਰਾਜਨ ਮੈਂ ਬੈਰਾਗੀ ਜੋਗੀ, ਮਰਤ ਨਾ ਸੋਗ ਬੇਯੋਗੀ, ਰਹਾਓ ਹੇ ਪ੍ਰਭੂ ਪਾਤਸ਼ਾਹ ਮੈਂ ਤੇਰੀ ਯਾਦ ਦੀ ਲਗਨ ਵਾਲਾ ਜੋਗੀ ਹਾਂ। ਇਸ ਵਾਸਤੇ ਮੌਤ ਦਾ ਡਰ, ਚਿੰਤਾ ਤੇ ਵਿਛੋੜਾ ਮੈਨੂੰ ਨਹੀਂ ਪਾਉਂਦੇ, ਇਹ ਗੱਲਾਂ ਮੈਨੂੰ ਤੰਗ ਨਹੀਂ ਕਰਦੀਆਂ। ਖੰਡ ਬ੍ਰਹਮੰਡ ਮਹਿ ਸਿੰਘੀ ਮੇਰਾ, ਪਟੂਆ ਸਭ ਜਗ ਭਸਮਾ ਧਾਰੀ, ਤਾੜੀ ਲਾਗੀ ਤ੍ਰਿਪਲ ਪਲਟੀਐ, ਛੂਟੈ ਹੋਏ ਪਸਾਰੀ। ਸਾਰੇ ਖੰਡਾਂ ਬ੍ਰਹਮੰਡਾਂ ਵਿੱਚ ਪ੍ਰਭੂ ਦੀ ਵਿਆਪਕਤਾ ਦਾ ਸਭ ਨੂੰ ਸੁਨੇਹਾ ਦੇਣਾ, ਇਹ ਸਮਝਾਉਣਾ ਲੋਕਾਂ ਨੂੰ ਕਿ ਪ੍ਰਮਾਤਮਾ ਹਰ ਥਾਂ ਵਿਆਪਕ ਹੈ। ਇਹ ਮਾਨੋ ਮੈਂ ਸਿੰਘੀ ਵਜਾ ਰਿਹਾ ਹਾਂ। ਸਾਰੇ ਜਗਤ ਨੂੰ ਨਾਸਵੰਤ ਸਮਝਣਾ, ਇਹ ਹੈ ਮੇਰਾ ਸੁਆਹ ਵਾਲਾ ਥੈਲਾ। ਤ੍ਰੈਗੁਣੀ ਮਾਇਆ ਦੇ ਪ੍ਰਭਾਵ ਨੂੰ ਮੈਂ ਪਰਤਾ ਦਿੱਤਾ ਹੈ। ਇਹ ਮਾਨੋ ਮੈਂ ਆਪਣੇ ਮਨ ਨੂੰ ਤਾੜੀ ਲਾਈ ਹੋਈ ਹੈ। ਇਸ ਤਰ੍ਹਾਂ ਮੈਂ ਗ੍ਰਸਤੀ ਹੁੰਦਾ ਹੋਇਆ ਵੀ ਮੁਕਤ ਹਾਂ, ਗ੍ਰਸਤ ਦੇ ਵਿੱਚ ਰਹਿੰਦਾ ਹੋਇਆ ਵੀ ਜੋਗੀ ਹਾਂ। ਮਨ ਪਵਨ ਦੋਏ ਤੁੰਬਾ ਕਰੀ ਹੈ, ਜੁਗ ਜੁਗ ਸਾਰਦ ਸਾਜੀ, ਥਿਰ ਭਈ ਤੰਤੀ ਟੂਟਸ ਨਾਹੀ, ਅਨਹਦ ਕਿੰਗਰੀ ਬਾਜੀ। ਮੇਰੇ ਅੰਦਰ ਇੱਕ ਰਸ ਕਿੰਗਰੀ ਜਾਣੀ ਕਿ ਵੀਣਾ ਵੱਜ ਰਹੀ ਹੈ। ਮੇਰਾ ਮਨ ਅਤੇ ਸਵਾਸ ਉਸ ਕਿੰਗਰੀ ਦੇ ਦੋਵੇਂ ਤੁੰਬੇ ਹਨ। ਸਦਾ ਥਿਰ ਰਹਿਣ ਵਾਲਾ ਪ੍ਰਭੂ, ਮਨ ਅਤੇ ਸਵਾਸ ਦੋਹਾਂ ਹੀ ਤੁੰਬਿਆਂ ਨੂੰ ਜੋੜਨ ਵਾਲੀ ਮੈਂ ਡੰਡੀ ਬਣਾਈ ਹੈ। ਪਰਮਾਤਮਾ ਦੇ ਨਾਲ ਸੁਰਤ ਦਾ ਜੁੜਨਾ ਉਸ ਵੀਣਾ ਦੀ ਤਾਰ ਹੈ। ਉਹ ਤਾਰ ਇੰਨੀ ਮਜ਼ਬੂਤ ਹੋ ਗਈ ਹੈ ਕਿ ਕਦੇ ਟੁੱਟਦੀ ਨਹੀਂ। ਸੁਨ ਮਨ ਮਗਨ ਭਏ ਹੈ ਪੂਰੇ, ਮਾਇਆ ਡੋਲ ਨਾ ਲਾਗੀ, ਕਹੋ ਕਬੀਰ ਤਾਕੋ ਪੁਨਰਪ ਜਨਮ, ਨਹੀਂ ਖੇਲ ਗਇਓ ਬੈਰਾਗੀ। ਇਸ ਅੰਦਰਲੀ ਕਿੰਗਰੀ ਦੇ ਰਾਗ ਨੂੰ ਸੁਣ ਕੇ, ਇਹ ਮੇਰੇ ਜੋ ਅੰਦਰ ਵੀਣਾ ਵੱਜ ਰਹੀ ਹੈ, ਪ੍ਰਮਾਤਮਾ ਦੇ ਨਾਲ ਸੁਰਤ ਜੁੜੀ ਦੀ ਵੀਣਾ, ਉਹਨੂੰ ਸੁਣ ਕੇ ਮੇਰਾ ਮਨ ਇਸ ਵਿੱਚ ਪੂਰਨ ਤੌਰ 'ਤੇ ਮਸਤ ਹੋ ਗਿਆ ਹੈ ਤੇ ਹੁਣ ਇਸ ਨੂੰ ਮਾਇਆ ਦਾ ਧੱਕਾ ਨਹੀਂ ਵੱਜ ਸਕਦਾ। ਹੇ ਕਬੀਰ ਆਖ, ਜੋ ਲਗਨ ਵਾਲਾ ਜੋਗੀ ਅਜਿਹੀ ਖੇਡ ਖੇਡ ਕੇ ਜਾਂਦਾ ਹੈ, ਉਸ ਨੂੰ ਫਿਰ ਕਦੇ ਜਨਮ ਮਰਨ ਨਹੀਂ ਹੁੰਦਾ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 334ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ। ਅੱਜ ਦੀ ਬਾਣੀ ਦੇ ਵਿੱਚ ਪ੍ਰਮੁੱਖ ਤੌਰ 'ਤੇ ਕਬੀਰ ਜੀ ਨੇ ਜੋਗੀਆਂ ਦੀ ਗੱਲ ਕੀਤੀ ਹੈ। ਉਹਨਾਂ ਦੇ ਵੱਲੋਂ ਕੀਤੇ ਜਾਣ ਵਾਲੇ ਵੱਖ-ਵੱਖ ਰਸਮੋ ਰਿਵਾਜ ਦੀ ਗੱਲ ਕੀਤੀ ਹੈ। ਉਹਨਾਂ ਦੇ ਵੱਲੋਂ ਧਾਰਨ ਕਰਨ ਵਾਲੇ, ਉਹ ਜੋ ਆਪਣੇ ਸਰੀਰ ਦੇ ਉੱਪਰ ਕਈ ਪ੍ਰਕਾਰ ਦੀਆਂ ਚੀਜ਼ਾਂ ਧਾਰਨ ਕਰਦੇ ਹਨ, ਉਹਨਾਂ ਦੀ ਗੱਲ ਕੀਤੀ ਹੈ ਤੇ ਨਾਲ ਸਮਝਾਇਆ ਹੈ ਕਿ ਮੇਰੇ ਲਈ ਤੇ ਪ੍ਰਮਾਤਮਾ ਦੇ ਨਾਲ ਸੁਰਤ ਜੋੜਨ ਲੈਣ ਦੇ ਵਿੱਚੋਂ ਹੀ ਇਹ ਸਾਰਾ ਹੀ ਕੁਝ ਪ੍ਰਾਪਤ ਹੋ ਜਾਂਦਾ ਹੈ। ਮੈਨੂੰ ਹੋਰ ਕਿਸੇ ਪ੍ਰਕਾਰ ਦਾ ਯੋਗ ਕਰਨ ਦੀ ਲੋੜ ਨਹੀਂ। ਇੱਕ ਹੋਰ ਜੋ ਗੱਲ ਸਾਨੂੰ ਸਮਝਾਈ ਹਉਮੈ ਦੀ, ਕਿ ਇਹ ਜੋ ਦੁਨਿਆਵੀ ਯੋਗ ਦੇ ਵਿੱਚ ਪੈਂਦੇ ਨੇ, ਇਹਨਾਂ ਦੇ ਅੰਦਰ ਤੇ ਹਉਮੈ ਹੀ ਬਹੁਤ ਆ ਜਾਂਦੀ ਹੈ। ਇਹ ਤੇ ਆਪਣੇ ਆਪ ਨੂੰ ਵੱਡਾ ਹੀ ਬਹੁਤ ਸਮਝਣ ਲੱਗ ਜਾਂਦੇ ਨੇ ਤੇ ਕਹਿਣ ਲੱਗ ਜਾਂਦੇ ਨੇ ਕਿ ਮੈਂ ਹੀ ਵੱਡਾ ਹਾਂ, ਮੇਰੇ ਵਾਲਾ ਪੰਧ ਹੀ ਸਹੀ ਹੈ, ਬਾਕੀ ਸਭ ਤੇ ਝੂਠੇ ਨੇ। ਉਹਨਾਂ ਦੇ ਅੰਦਰ ਇੰਨੀ ਜ਼ਿਆਦਾ ਹਉਮੈ ਆ ਜਾਂਦੀ ਹੈ ਤੇ ਇਹਦਾ ਪ੍ਰਮੁੱਖ ਕਾਰਨ ਹੀ ਪਰਮਾਤਮਾ ਦੇ ਨਾਲੋਂ ਵਿਛੋੜਾ ਹੁੰਦਾ ਹੈ। ਤੇ ਕਹਿੰਦੇ ਮੈਂ ਤੇ ਪ੍ਰਮਾਤਮਾ ਨਾਲ ਸੁਰਤ ਜੋੜ ਲਈ, ਮੇਰਾ ਤੇ ਵਿਛੋੜਾ ਖਤਮ ਹੋ ਗਿਆ, ਮੇਰੀ ਹਉਮੈ ਵੀ ਖਤਮ ਹੋ ਗਈ। ਮੇਰੇ ਜੀਵਨ ਦੇ ਵਿੱਚ ਤਾਂ ਜੋ ਵੀ ਹੁੰਦਾ ਹੈ ਉਹਦਾ ਸ਼੍ਰੈ ਸਾਰੇ ਦਾ ਸਾਰਾ ਮੈਂ ਪ੍ਰਮਾਤਮਾ ਨੂੰ ਹੀ ਦਿੰਦਾ ਕਿ ਜੋ ਹੋਇਆ ਪ੍ਰਮਾਤਮਾ ਤੇਰੀ ਰਜ਼ਾ ਦੇ ਨਾਲ, ਤੇਰੀ ਮਰਜ਼ੀ ਦੇ ਨਾਲ ਹੋਇਆ। ਮੈਂ ਆਪਣੇ ਯਤਨ ਕਰਕੇ ਤਾਂ ਤੇਰੇ ਨਾਲ ਤਾਰ ਵੀ ਜੋੜ ਨਹੀਂ ਸਕਦਾ, ਤੇਰੇ ਵਿੱਚ ਸੁਰਤ ਵੀ ਜੋੜ ਨਹੀਂ ਸਕਦਾ, ਮਾਇਆ ਵੱਲੋਂ ਆਪਣੀ ਸੁਰਤ ਤੋੜ ਵੀ ਨਹੀਂ ਸਕਦਾ। ਜੋ ਕਰਦਾ ਹੈ ਤੂੰ ਹੀ ਕਰਦਾ ਹੈ। ਅਸੀਂ ਵੀ ਆਪਣੇ ਜੀਵਨ ਦੇ ਵਿੱਚ ਇਸ ਗੱਲ ਨੂੰ ਵਸਾ ਲਈਏ ਕਿ ਜੋ ਕਰਦਾ ਹੈ ਪ੍ਰਮਾਤਮਾ ਹੀ ਕਰਦਾ ਹੈ, ਅਸੀਂ ਜ਼ਰੀਏ, ਸਾਡੇ ਕੋਲੋਂ ਪ੍ਰਮਾਤਮਾ ਸਭ ਕੁਝ ਕਰਵਾਉਂਦਾ ਹੈ। ਵੀਡੀਓ ਚੰਗੀ ਲੱਗੀ ਹੋਏ ਤੇ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਹੋਰ ਲੋਕ ਵੀ ਗੁਰੂ ਦੀ ਬਾਣੀ ਦੇ ਨਾਲ ਜੁੜ ਸਕਣ, ਆਪਣੇ ਜੀਵਨਾਂ ਦੇ ਵਿੱਚ ਤਬਦੀਲੀਆਂ ਲਿਆ ਸਕਣ ਤੇ ਆਪਣੇ ਜੀਵਨਾਂ ਨੂੰ
ਸਵਾਰ ਸਕਣ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।